ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਆਪਾਂ ਅਕਾਊਂਟਿੰਗ ਅਜ਼ੰਪਸ਼ਨਸ ਕਰ ਰਹੇ ਸੀ, ਪੇਜ ਨੰਬਰ 2.3। ਅਕਾਊਂਟਿੰਗ ਅਜ਼ੰਪਸ਼ਨਸ ਦਾ ਆਪਾਂ ਫਸਟ ਅਜ਼ੰਪਸ਼ਨਸ ਕਰ ਲਈ ਸੀ, ਜਿਹੜੀ ਸੀ ਗੋਇੰਗ ਕੰਸਰਨ ਅਜ਼ੰਪਸ਼ਨ, ਕਿ ਜਿਹੜੀਆਂ ਚੀਜ਼ਾਂ ਆਪਾਂ ਅਜ਼ਿਊਮ ਕਰਦੇ ਹਾਂ ਕਿ ਦੱਸਣ ਦੀ ਲੋੜ ਨਹੀਂ ਹੈ। ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇਹਦੇ ਵਿੱਚ ਕੀ ਕੀ ਹੁੰਦਾ ਹੈ, ਇਹ ਪਹਿਲਾਂ ਮੈਂ ਸਮਝਾ ਚੁੱਕੀ ਹਾਂ। ਹੁਣ ਆਪਾਂ ਸੈਕਿੰਡ ਕਰਾਂਗੇ ਕੰਸਿਸਟੈਂਸੀ ਅਜ਼ੰਪਸ਼ਨ। ਦੇयर ਆਰ ਇਨ ਪ੍ਰੈਕਟਿਸ ਸੈਵਰਲ ਡਿਫਰੈਂਟ ਮੈਥਡਸ ਆਫ ਕੈਲਕੂਲੇਸ਼ਨ ਔਰ ਰਿਕਾਰਡਿੰਗ ਆਫ ਸਮ ਇਵੈਂਟਸ ਆਫ ਦ ਅਕਾਊਂਟਸ। ਠੀਕ ਹੈ ਜੀ। in the accounts, the availability of different methods in accounts may make our accounting data irrelevant and incomparable. The consistency assumption plays an important role in creating the utility of the accounting data। ठीक है बच्चे, ਇਹਦੇ ਵਿੱਚ ਉਹ ਕੀ ਕਹਿ ਰਿਹਾ ਹੈ ਕਿ ਇਹਦੇ ਵਿੱਚ ਉਹਨੇ ਇਹ ਗੱਲ ਕਹੀ ਹੈ ਕਿ ਦੇਖੋ ਕਿ ਕੰਸਿਸਟੈਂਸੀ ਦਾ ਮਤਲਬ ਹੁੰਦਾ ਵਾ ਕਿ ਤੁਸੀਂ ਕੰਸਿਸਟੈਂਟ ਰਹਿਣਾ, ਸੇਮ ਰਹਿਣਾ। ਠੀਕ ਹੈ, ਕਹਿੰਦੇ ਕਿ ਜਦੋਂ ਤੁਸੀਂ ਸੇਮ ਨਹੀਂ ਰਹਿੰਦੇ, ਤਾਂ ਕਹਿੰਦੇ ਕਿ ਜਦੋਂ ਤੁਸੀਂ ਅਕਾਊਂਟਿੰਗ ਕੋਈ ਵੀ ਅਕਾਊਂਟਸ ਬਣਾਉਣ ਲੱਗੇ ਜੋ, ਅਤੇ ਜਦੋਂ ਤੁਸੀਂ ਅਕਾਊਂਟਸ ਬਣਾਉਣੇ ਹੁੰਦੇ ਤੁਸੀਂ ਇੱਕ ਸਾਲ ਦਾ ਦੂਜੇ ਸਾਲ ਦੇ ਨਾਲ ਇਹ ਨਹੀਂ ਹੋ ਸਕਦਾ ਕਿ ਇੱਕ ਸਾਲ ਤੁਸੀਂ ਹੋਰ ਤਰ੍ਹਾਂ ਅਕਾਊਂਟ ਬਣਾਏ ਤਾਂ ਦੂਜੇ ਸਾਲ ਤੁਸੀਂ ਹੋਰ ਤਰ੍ਹਾਂ ਬਣਾਓਗੇ। ਕਹਿੰਦੇ ਕਿ ਜੇ ਤੁਸੀਂ ਇੱਕ ਸਾਲ ਸੇਮ ਤਰ੍ਹਾਂ ਦੇ ਅਕਾਊਂਟ ਬਣਾਏ ਦੂਜੇ ਸਾਲ ਵੀ ਸੇਮ ਬਣਾਓਗੇ। ਜਦੋਂ ਫਾਰਮੈਟ ਚੇਂਜ ਕਰਤਾ, ਕਹਿੰਦੇ ਕਿ ਫਾਰਮੈਟ ਚੇਂਜ ਨਹੀਂ ਕਰਨਾ, ਦੈਟ ਮੀਨਸ ਕੰਸਿਸਟੈਂਟ ਰਹਿਣਾ ਚਾਹੀਦਾ, ਸੇਮ ਰਹਿਣਾ ਚਾਹੀਦਾ। ਠੀਕ ਹੈ, ਹੁਣ ਇਹ ਆ ਕਿ ਇੱਕ ਸਾਲ ਤੁਸੀਂ ਫਾਰਮੈਟ ਹੋਰ ਕੋਈ ਯੂਜ਼ ਕੀਤਾ, ਸੈਕਿੰਡ ਵਾਰੀ ਤੁਸੀਂ ਕੋਈ ਹੋਰ ਫਾਰਮੈਟ ਯੂਜ਼ ਕੀਤਾ, ਥਰਡ ਵਾਰੀ ਤੁਸੀਂ ਹੋਰ ਕੋਈ ਫਾਰਮੈਟ ਯੂਜ਼ ਕੀਤਾ, ਉਹ ਫਾਰਮੈਟ ਦੇ ਨਾਲ ਵੀ ਤੁਹਾਡੇ ਕੀ ਹੋ ਜਾਂਦੇ ਆ, ਪ੍ਰੋਫਿਟ ਐਂਡ ਲੋਸ ਗਲਤ ਹੋਣਾ ਸ਼ੁਰੂ ਹੋ ਜਾਂਦਾ। ਸੋ ਕਹਿੰਦੇ ਆ ਕਿ ਜਦੋਂ ਤੁਸੀਂ ਕੀ ਕਰਦੇ ਜੋ ਕਿ ਤੁਹਾਡਾ ਜਿਹੜਾ ਤੁਸੀਂ ਅਕਾਊਂਟਸ ਬਣਾਉਂਦੇ ਜੋ ਹਰ ਸਾਲ ਸੇਮ ਤਰੀਕੇ ਨਾਲ ਬਣਾਓ। ਇਹ ਨਹੀਂ ਹੈ ਕਿ ਤੁਸੀਂ ਇੱਕ ਸਾਲ ਵੱਖ ਤਰ੍ਹਾਂ ਬਣਾਤਾ ਦੂਜੇ ਸਾਲ। ਸੋ ਇਹ ਵੀ ਅਜ਼ਿਊਮ ਕਰਕੇ ਚੱਲਣਾ ਵਾ ਹਮੇਸ਼ਾ ਕਿ ਜਿਹੜੇ ਅਕਾਊਂਟਸ ਬਣੇ ਆ, ਜਿਹੜੇ ਵੀ ਕੋਈ ਬਿਜ਼ਨਸ ਦੀਆਂ ਅਕਾਊਂਟਸ ਬਣਾਏ ਆ, ਉਹ ਹਮੇਸ਼ਾ ਕੀ ਆ, ਇੱਕੋ ਫਾਰਮੈਟ ਦੇ ਨਾਲ ਹੀ ਬਣਾਏ ਆ, ਇੱਕੋ ਤਰੀਕੇ ਨਾਲ ਬਣਾਏ ਆ। ਠੀਕ ਆ, ਇਹਦੇ ਵਿੱਚ ਅਜ਼ੰਪਸ਼ਨਸ ਆ, ਦ ਕੰਸਿਸਟੈਂਟ ਅਜ਼ੰਪਸ਼ਨਸ ਰਿਕੁਆਇਰਸ ਦੈਟ ਵਨਸ ਅ ਪਰਟੀਕੂਲਰ ਮੈਥਡ ਆਫ ਕੈਲਕੂਲੇਸ਼ਨ ਔਰ ਰਿਕਾਰਡਿੰਗ ਹੈਜ਼ ਬੀਨ ਡਿਸਾਈਡਿਡ the business enterprise should follow the same method for all subsequent events of the same character। ਕਹਿੰਦਾ ਇਹਦੇ ਵਿੱਚ ਉਹਨੇ ਇੱਕ ਗੱਲ ਕਹੀ ਆ ਕਿ ਜਦੋਂ ਤੁਹਾਡੇ ਕੋਲ ਕੀ ਆ ਕਿ ਜਦੋਂ ਤੁਸੀਂ ਇੱਕ ਵਾਰੀ ਮੈਥਡ ਕੋਈ ਕੈਲਕੂਲੇਟ ਕਰਨਾ ਸ਼ੁਰੂ ਕਰਤਾ, ਇੱਕ ਮੈਥਡ ਲਾਤਾ, ਉਹਦੇ ਨਾਲ ਤੁਸੀਂ ਕੈਲਕੂਲੇਸ਼ਨ ਕਰਨ ਦੇ, ਜਦੋਂ ਜੇ ਉਹਦੇ ਨਾਲ ਹੀ ਕੈਲਕੂਲੇਸ਼ਨ ਕਰਦੇ ਤੁਸੀਂ ਹਰ ਸਾਲ ਉਹ ਮੈਥਡ ਲਾਓਗੇ। ਇਹ ਨਹੀਂ ਹੈ ਕਿ ਤੁਸੀਂ ਇੱਕ ਵਾਰੀ ਮੈਥਡ ਹੋਰ ਕੋਈ ਲਾਤਾ ਕੈਲਕੂਲੇਟ ਕਰਨ ਲਈ, ਦੂਜੇ ਸਾਲ ਹੋਰ ਕੋਈ। ਇਹਦੇ ਨਾਲ ਤੁਹਾਡਾ ਪ੍ਰੋਫਿਟ ਐਂਡ ਲੋਸ ਕੀ ਆਊਗਾ, ਗਲਤ ਆਊਗਾ। ਜੇ ਤੁਸੀਂ ਹਰ ਵਾਰੀ ਸੇਮ ਮੈਥਡ ਲਾਓਗੇ ਦੈਟ ਮੀਨਸ ਤੁਹਾਡਾ ਪ੍ਰੋਫਿਟ ਐਂਡ ਲੋਸ ਕੀ ਆਊਗਾ, ਸੇਮ ਆਊਗਾ। ਠੀਕ ਹੈ, ਦੈਟ ਦ ਟ੍ਰਾਂਜੈਕਸ਼ਨ ਇਨ ਏ ਗਿਵਨ ਕੈਟਾਗਰੀ ਮਸਟ ਬੀ treated constantly from one accounting period to the next. It refers to consistency over time, that the transactions in a given category must be treated consistently from one accounting period to the next। ਕਹਿੰਦੇ ਕਿ ਕਿਸੇ ਟਾਈਮ ਇਹ ਹੁੰਦਾ ਕਿ ਕੋਈ ਵੀ ਟ੍ਰਾਂਜੈਕਸ਼ਨ ਆ, ਦੇਖੋ ਫੋਰ ਐਗਜ਼ਾਮਪਲ ਤੁਹਾਡੇ ਪਾਪਾ ਕੋਲ 1 ਲੱਖ ਰੁਪਇਆ ਤੁਸੀਂ ਇੱਕ ਸਾਲ ਦਾ ਸੀ, ਉਹਦੇ ਵਿੱਚੋਂ 60,000 ਖਰਚ ਲਿਆ, 40,000 ਬਚਿਆ ਨਾ, 40,000 ਬੈਂਕ ਦੇ ਵਿੱਚ ਪਿਆ। ਅਗਲੇ ਸਾਲ ਤੁਸੀਂ ਫਿਰ 50,000 ਜਮ੍ਹਾਂ ਕਰਾਇਆ, ਦੈਟ ਮੀਨਸ ਟੋਟਲ ਕਿੰਨਾ ਹੋ ਗਿਆ, 90,000 ਹੋ ਗਿਆ ਨਾ। 40 + 50 ਕਿੰਨਾ ਹੋ ਗਿਆ, 90,000। ਦੈਟ ਮੀਨਸ ਕਿ ਕਹਿੰਦੇ ਕਿ ਇਹਦੇ ਵਿੱਚ ਇਹ ਮੰਨ ਕੇ ਚੱਲਣਾ ਕਿ ਜਿਹੜਾ ਤੁਹਾਡਾ ਪਿਛਲੇ ਸਾਲ ਦਾ ਬੈਲੈਂਸ ਸੀ ਅਗਲੇ ਸਾਲ ਕੀ ਹੋ ਜਾਊਗਾ, ਪਲੱਸ ਹੋ ਜਾਊਗਾ। ਠੀਕ ਹੈ ਜੀ। ਇਟ ਡਜ਼ ਨਾਟ ਰਿਕੁਆਇਰ that the treatment of different categories of transactions and must be consistent with one another। it does not बच्चे एक second बच्चे, it does not require that the treatment of different categories of transactions must be consistent with one another। ਕਹਿੰਦੇ ਕਿ ਇਹਦੇ ਵਿੱਚ ਦੂਜੀ ਚੀਜ਼ ਇਹ ਆ ਕਿ ਆਪਾਂ ਇਹ ਚੀਜ਼ ਨਹੀਂ ਵੇਖਣੀ ਕਿ ਵੱਖ-ਵੱਖ ਤਰ੍ਹਾਂ ਦੀਆਂ ਟ੍ਰਾਂਜੈਕਸ਼ਨ ਆ ਉਹ ਸੇਮ ਹੋਣਗੀਆਂ। ਠੀਕ ਹੈ, ਇੱਕ ਸਾਲ ਜਿੱਦਾਂ ਦੇਖੋ, ਇੱਕ ਸਾਲ ਤੁਹਾਡਾ ਪ੍ਰੋਫਿਟ 40,000 ਆਇਆ, ਦੂਜੇ ਸਾਲ ਤੁਹਾਡਾ ਪ੍ਰੋਫਿਟ ਆਇਆ 90,000 ਆਇਆ ਜਾਂ 50,000 ਆਇਆ, ਦੈਟ ਮੀਨਸ ਉਹ ਕੰਸਿਸਟੈਂਟ ਥੋੜ੍ਹੀ ਆ, ਸੇਮ ਥੋੜ੍ਹੀ ਆ ਕਿ ਜਿਹੜੀਆਂ ਇਸ ਸਾਲ ਤੁਸੀਂ ਕਿੰਨਾ ਖਰਚਾ ਕੀਤਾ, ਐਕਸਪੈਂਸ ਤੁਹਾਡੇ 50,000 ਦੇ, ਅਗਲੇ ਸਾਲ ਤੁਹਾਡਾ ਐਕਸਪੈਂਸ 1 ਲੱਖ ਦਾ, ਦੈਟ ਮੀਨਸ ਉਹ ਟ੍ਰਾਂਜੈਕਸ਼ਨ ਮੈਥਡ ਤੁਸੀਂ ਸੇਮ ਯੂਜ਼ ਕਰੋਗੇ, ਬਟ ਜਿਹੜੀਆਂ ਤੁਹਾਡੀਆਂ ਐਂਟਰੀਆਂ ਉਹ ਤਾਂ ਚੇਂਜ ਹੋ ਜਾਣਗੀਆਂ ਨਾ। ਇਸ ਸਾਲ ਤੁਸੀਂ 50,000 ਦੀ ਕੋਈ ਚੀਜ਼ ਰॉ ਮਟੀਰੀਅਲ ਪਰਚੇਸ ਕੀਤਾ, ਅਗਲੇ ਸਾਲ ਤੁਸੀਂ 1 ਲੱਖ ਰੁਪਏ ਦਾ ਪਰਚੇਸ ਕੀਤਾ। ਗੱਲ ਸਮਝ ਆ ਰਹੀ ਹੈ ਕਿ ਨਹੀਂ ਆ ਰਹੀ? ਕਹਿੰਦਾ ਕਿ ਮੈਥਡ ਸੇਮ ਰਹੂਗਾ ਬਟ ਜਿਹੜੀਆਂ ਟ੍ਰਾਂਜੈਕਸ਼ਨਸ ਉਹੀ ਹੋ ਜਾਂਦੀਆਂ ਵਾ, ਚੇਂਜ ਹੋ ਜਾਂਦੀਆਂ। ਠੀਕ ਹੈ, ਸਿਗਨੀਫਿਕੈਂਸ ਬੱਚੇ ਵੈਸੇ ਜ਼ਿਆਦਾਤਰ ਕਰਨ ਦੀ, ਵੈਸੇ ਇੱਥੋਂ ਤੱਕ ਮੈਂ ਤੁਹਾਨੂੰ ਪੜ੍ਹਾ ਦਿੰਦੀ ਵੈਸੇ ਕੀ ਮਤਲਬ ਆ। ਦਿਸ ਅਜ਼ੰਪਸ਼ਨ ਇਜ਼ ਇੰਪੋਰਟੈਂਟ ਟੂ ਇਨਸ਼ੋਰ ਯੂਨੀਫਾਰਮਿਟੀ ਇਨ ਅਕਾਊਂਟਿੰਗ ਪ੍ਰੋਸੈਸਿਸ ਐਂਡ ਪੋਲਿਸੀਜ਼। ਅ ਚੇਂਜ ਆਫ ਮੈਥਡ ਫਰਮ ਵਨ ਪੀਰੀਅਡ ਟੂ ਅਨਦਰ ਮੇ ਅਫੈਕਟ ਦ ਟ੍ਰੇਡਿੰਗ ਰਿਜ਼ਲਟਸ ਮਟੀਰੀਅਲੀ। ਕਹਿੰਦੇ ਆ ਕਿ ਕੰਸਿਸਟੈਂਸੀ ਹੋਣੀ ਚਾਹੀਦੀ, ਤੁਹਾਡੇ ਅਕਾਊਂਟਸ ਹਮੇਸ਼ਾ ਇੱਕੋ ਤਰ੍ਹਾਂ ਦੇ ਨਾਲ ਬਣਨੇ ਚਾਹੀਦੇ। ਫੋਰ ਐਗਜ਼ਾਮਪਲ ਤੁਹਾਡਾ ਰਿਪੋਰਟ ਕਾਰਡ ਆ ਹਰ ਸਾਲ ਸੇਮ ਤਰੀਕੇ ਨਾਲ ਬਣਦਾ। ਠੀਕ ਆ, ਇਹ ਨਹੀਂ ਆ ਕਿ ਤੁਸੀਂ ਇੱਕ ਸਾਲ ਵੱਖ ਰਿਪੋਰਟ ਕਾਰਡ ਲੈ ਕੇ ਜਾਂਦੇ, ਅਗਲੇ ਸਾਲ ਹੋਰ ਕੋਈ ਹੁੰਦਾ, ਰਿਪੋਰਟ ਕਾਰਡ ਸੇਮ ਹੀ ਹੁੰਦਾ। ਠੀਕ ਹੈ, ਕਹਿੰਦਾ ਕਿਉਂਕਿ ਜਦੋਂ ਤੁਸੀਂ ਸੇਮ ਚੀਜ਼ਾਂ ਸੇਮ ਫਾਰਮੈਟ ਯੂਜ਼ ਕਰੋਗੇ, ਸੇਮ ਤਰੀਕਾ ਯੂਜ਼ ਕਰੋਗੇ, ਉਹਦੇ ਨਾਲ ਤੁਹਾਡਾ ਰਿਜ਼ਲਟ ਕੋਈ ਵੀ ਪ੍ਰੋਫਿਟ ਐਂਡ ਲੋਸ 'ਤੇ ਫਰਕ ਨਹੀਂ ਪਊਗਾ।
When consistency is followed from year to year, the results disclosed in the financial statements will be uniform and comparable. ਕਹਿੰਦੇ ਕਿ ਜਦੋਂ ਤੁਸੀਂ obviously ਜਦੋਂ ਤੁਸੀਂ ਕੰਸਿਸਟੈਂਸੀ ਫੋਲੋ ਕਰਨ ਦੇ ਜੋ ਸੇਮ ਕੰਸਿਸਟੈਂਸੀ ਦਾ ਮਤਲਬ ਹੁੰਦਾ ਕਿ ਤੁਸੀਂ ਇੱਕੋ ਫਾਰਮੈਟ ਯੂਜ਼ ਕਰਨਾ। ਕਹਿੰਦੇ ਜੋ ਤੁਸੀਂ ਇੱਕੋ ਫਾਰਮੈਟ ਯੂਜ਼ ਕਰਦੇ ਹੋ ਤੁਸੀਂ ਹਰ ਇੱਕ ਚੀਜ਼ ਨੂੰ ਕੰਪੇਅਰ ਕਰ ਸਕਦੇ। ਇਸ ਸਾਲ ਤੁਸੀਂ ਹੋਰ ਕੋਈ ਫਾਰਮੈਟ ਯੂਜ਼ ਕੀਤਾ, ਅਗਲੇ ਸਾਲ ਤੁਸੀਂ ਹੋਰ ਕੋਈ ਯੂਜ਼ ਕਰਦੇ, ਤੀਜੇ ਸਾਲ ਫਿਰ ਕੰਪੇਅਰ ਕਿੱਦਾਂ ਕਰੋਗੇ? ਕਹਿੰਦੇ ਕੰਪੈਰੀਜ਼ਨ ਫਿਰ ਹੀ ਹੋਊਗਾ ਜੇ ਤੁਸੀਂ ਫਾਰਮੈਟ ਸੇਮ ਹੀ ਯੂਜ਼ ਕਰੋਗੇ। ਓਬਵੀਅਸਲੀ ਇਹ ਹੋ ਗਿਆ ਨਾ। ਥਰਡ ਵਨ ਇਜ਼ ਦੈਟ ਅਕਰੂਅਲ ਅਜ਼ੰਪਸ਼ਨ। ਅਕਰੂਅਲ ਦੇ ਵਿੱਚ ਕੀ ਹੁੰਦਾ ਹੁਣ ਦੇਖੋ ਬੱਚੇ, ਅਕਰੂਅਲ ਦੇ ਵਿੱਚ ਉਹਨੇ ਕੀ ਕਿਹਾ ਵਾ, ਦ ਇਫੈਕਟ ਆਫ transactions and other events are recognized as soon as they occur whether or not cash is actually received or paid। ਕਹਿੰਦੇ ਆ ਕਿ ਸਿੱਧੀ ਜੀ ਗੱਲ ਆ ਇਹਦੇ ਵਿੱਚ ਉਹਨਾਂ ਨੇ ਕੀ ਕਿਹਾ, ਅਕਰੂਅਲ ਦਾ ਮਤਲਬ ਹੁੰਦਾ ਵਾ ਕਿ ਭਾਵੇਂ ਤੁਹਾਨੂੰ ਪੈਸੇ ਜਦੋਂ ਤੁਸੀਂ ਕਿਸੇ ਨੂੰ ਚੀਜ਼ ਟਰਾਂਸਫਰ ਕਰਤੀ ਆ, ਫੋਰ ਐਗਜ਼ਾਮਪਲ ਕਿ ਤੁਸੀਂ ਕਿਸੇ ਕੋਲ ਜਦੋਂ ਤੁਸੀਂ ਦੁਕਾਨ 'ਤੇ ਗਏ ਜੋ ਉਹਨੂੰ ਤੁਸੀਂ ਕਹਿੰਦੇ ਜੋ ਮੈਨੂੰ ਨਾ ਪ੍ਰੋਡਕਟ ਦੇ ਦੇ ਪਰ ਮੈਂ ਪੈਸੇ ਤੈਨੂੰ ਹੁਣ ਨਹੀਂ ਦੇ ਸਕਦਾ। ਸਮਝ ਆ ਗਈ? ਪੈਸੇ ਤੈਨੂੰ ਹੁਣ ਨਹੀਂ ਮੈਂ ਦੇ ਸਕਦਾ, ਪੈਸੇ ਤੈਨੂੰ ਮੈਂ 2 ਦਿਨਾਂ ਬਾਅਦ ਦਊਂਗਾ। ਕਹਿੰਦੇ ਭਾਵੇਂ ਪੈਸਾ ਰਿਸੀਵ ਹੋਇਆ ਜਾਂ ਨਹੀਂ ਹੋਇਆ, ਤੁਸੀਂ ਪੈਸਾ ਦਿੱਤਾ ਜਾਂ ਨਹੀਂ ਦਿੱਤਾ ਬਿਜ਼ਨਸ ਨੂੰ, ਬਟ ਜਦੋਂ ਬਿਜ਼ਨਸ ਨੇ ਤੁਹਾਨੂੰ ਗੁੱਡਸ ਦੇ ਦਿੱਤੀਆਂ ਦੈਟ ਮੀਨਸ ਉਹ ਟ੍ਰਾਂਜੈਕਸ਼ਨ ਹੋ ਗਈ ਆ। ਗੁੱਡਸ ਤੁਹਾਨੂੰ ਮਿਲ ਗਈਆਂ ਵਾ ਭਾਵੇਂ ਕ੍ਰੈਡਿਟ 'ਤੇ ਦਿੱਤੀਆਂ, ਜਦੋਂ ਤੁਸੀਂ ਉਹ ਚੀਜ਼ ਨੂੰ ਗੁੱਡਸ ਮਿਲ ਗਈਆਂ ਬਟ ਤੁਸੀਂ ਪੈਸਾ ਨਹੀਂ ਵੀ ਦਿੱਤਾ ਦੈਟ ਮੀਨਸ ਟ੍ਰਾਂਜੈਕਸ਼ਨ 'ਤੇ ਹੋਈ ਆ ਨਾ, ਗੁੱਡਸ ਮਿਲ ਗਈਆਂ, ਕਦੀ ਨਾ ਕਦੀ ਤੋਂ ਤਾਂ ਪੈਸਾ ਆਊਗਾ ਨਾ। ਗੱਲ ਸਮਝ ਆ ਗਈ? ਅਕਰੂਅਲ ਦਾ ਮਤਲਬ ਹੁੰਦਾ ਵਾ ਕਿ ਉਹ ਭਾਵੇਂ ਚੀਜ਼ ਤੁਸੀਂ ਉਹਨੂੰ ਪੈਸਾ ਹਾਲੇ ਮਿਲਿਆ ਜਾਂ ਤੁਹਾਨੂੰ ਨਹੀਂ ਮਿਲਿਆ ਬਟ ਜੇ ਤੁਸੀਂ ਉਹ ਟ੍ਰਾਂਜੈਕਸ਼ਨ ਕਰਤੀ ਆ, ਤੁਸੀਂ ਉਹ ਗੁੱਡਸ ਟ੍ਰਾਂਸਫਰ ਕਰਤੀਆਂ ਦੈਟ ਮੀਨਸ ਕਿ ਤੁਹਾਨੂੰ ਕਦੀ ਨਾ ਕਦੀ ਉਹ ਪੈਸਾ ਮਿਲ ਹੀ ਜਾਣਾ ਵਾ। ਠੀਕ ਹੈ। these are recorded and reported in financial statements of the period to which they relate। ਫੋਰ ਐਗਜ਼ਾਮਪਲ ਇੱਦਾਂ ਹੀ ਆਪਾਂ ਕਰਦੇ ਹਾਂ ਨਾ ਕਿ ਜਦੋਂ ਕਹਿੰਦੇ ਕਿ ਜਦੋਂ ਤੁਸੀਂ ਜਿਹੜੇ ਸਾਲ ਉਹਨਾਂ ਨੂੰ ਕੀਤਾ, ਜਿਹੜੇ ਸਾਲ ਤੁਸੀਂ ਉਹਦੀ ਟ੍ਰਾਂਜੈਕਸ਼ਨ ਕੀਤੀ ਉਸੇ ਸਾਲ ਉਹਨੂੰ ਲਿਖਦੇ ਜੋ। ਠੀਕ ਹੈ ਨਾ? ਇਸ ਸਾਲ ਤੁਹਾਨੂੰ ਪੈਸਾ ਦੇਖੋ ਬੱਚੇ, ਪੈਸਾ ਤੁਹਾਨੂੰ ਹਾਲੇ ਨਹੀਂ ਮਿਲਿਆ, ਗੱਲ ਸਮਝ ਆਉਂਦੀ ਹੈ, ਬਟ ਤੁਸੀਂ ਸੇਲ ਕਰਤੀ ਹੈ, ਤੁਸੀਂ ਸੇਲ ਪੈਸਾ ਅਗਲੇ ਸਾਲ ਮਿਲਣਾ 2021 ਦੇ ਵਿੱਚ, ਬਟ ਸੇਲ ਤੁਸੀਂ ਕਦੋਂ ਕੀਤੀ 2020 'ਚ, ਤਾਂ ਦੈਟ ਮੀਨਸ ਕਿ ਤੁਸੀਂ 2020 'ਚ ਹੀ ਲਿਖੋਗੇ ਕਿ ਮੈਂ ਇੰਨੇ ਦੀ ਸੇਲ ਕੀਤੀ ਆ। ਸਮਝ ਆ ਗਈ ਗੱਲ ਦੀ? ਸਮਝ ਆ ਰਹੀ? ਅਕਰੂਅਲ ਦਾ ਮਤਲਬ ਹੁੰਦਾ ਪੈਸਾ ਭਾਵੇਂ ਤੁਹਾਨੂੰ ਨਹੀਂ ਮਿਲਿਆ ਪਰ ਤੁਸੀਂ ਜੇ ਤੁਸੀਂ ਉਹਨੂੰ ਕਿਸੇ ਨੂੰ ਕੋਈ ਚੀਜ਼ ਟ੍ਰਾਂਸਫਰ ਕਰਤੀ ਆ ਦੈਟ ਮੀਨਸ ਕਿ ਜੇ ਟ੍ਰਾਂਸਫਰ ਕਰਤੀ ਦੈਟ ਮੀਨਸ ਉਹ ਟ੍ਰਾਂਜੈਕਸ਼ਨ ਹੈਗੀ ਆ, ਭਾਵੇਂ ਕ੍ਰੈਡਿਟ 'ਤੇ ਆ ਦੈਟ ਮੀਨਸ ਉਹ ਟ੍ਰਾਂਜੈਕਸ਼ਨ ਹੈਗੀ ਆ। ਠੀਕ ਹੈ ਜੀ? This accounting assumption indicates that the revenue is recognized when it is earned and expenses recognized when obligation of payment arises। ਕਹਿੰਦੇ ਆ ਕਿ ਇਹਦੇ ਵਿੱਚ ਇਹ ਮੰਨ ਕੇ ਚੱਲਿਆ ਜਾਂਦਾ ਵਾ, ਆਪਾਂ ਅਸਿਊਮ ਕਰਕੇ ਚੱਲਦੇ ਹਾਂ ਕਿ ਰੈਵਨਿਊ ਦਾ ਮਤਲਬ ਇਨਕਮ। ਕਹਿੰਦੇ ਕਿ ਆਪਾਂ ਨੂੰ ਇਨਕਮ ਉਦੋਂ ਹੋਊਗੀ, ਇਨਕਮ ਉਦੋਂ ਸੇਲਸ ਆਪਾਂ ਰੈਵਨਿਊ ਦਾ ਮਤਲਬ ਹੋਈ ਨਾ ਸੇਲਸ, ਰੈਵਨਿਊ ਇਜ਼ ਰਿਕੋਗਨਾਈਜ਼ ਸੇਲਸ ਉਦੋਂ ਕੀਤੀ ਵੈਨ ਇਟ ਇਜ਼ ਅਰਨਡ ਐਂਡ ਐਕਸਪੈਂਸਿਸ ਇਜ਼ ਰਿਕੋਗਨਾਈਜ਼ ਵੈਨ ਓਬਲੀਗੇਸ਼ਨ ਆਫ ਪੇਮੈਂਟ ਅਰਾਈਜ਼ਸ। ਕੈਸ਼ ਮੇ ਬੀ ਰਿਸੀਵਡ ਔਰ ਪੇਡ ਇਨ ਐਡਵਾਂਸ ਔਰ ਸਿਮਿਲਟਨਲੀ ਔਨ ਅਕਰਾਊਲ ਔਰ ਐਨ ਲੇਟਰ ਡੇਟ। ਕਹਿੰਦੇ ਕਿ ਕੈਸ਼ ਤੁਸੀਂ ਇਹ ਮੰਨ ਕੇ ਚੱਲਣਾ ਤੁਸੀਂ ਭਾਵੇਂ ਪੈਸਾ ਲਿਆ ਭਾਵੇਂ ਨਹੀਂ ਲਿਆ, ਖਰਚਾ ਕੀਤਾ ਜਾਂ ਨਹੀਂ ਕੀਤਾ, ਜਦੋਂ ਤੁਸੀਂ ਕਿਸੇ ਨੂੰ ਜਿੱਦਾਂ ਤੁਸੀਂ ਸੇਲ ਕਰਤੀ ਹੈ ਭਾਵੇਂ ਕ੍ਰੈਡਿਟ 'ਤੇ ਕੀਤੀ, ਇਹਦਾ ਮਤਲਬ ਇਹ ਆ ਕਿ ਤੁਸੀਂ ਉਹ ਚੀਜ਼ ਨੂੰ ਲਿਖਤਾ ਆਪਣੇ ਅਕਾਊਂਟਸ, ਭਾਵੇਂ ਕ੍ਰੈਡਿਟ ਤੇ ਤੁਸੀਂ ਲਿਖੋਗੇ ਕ੍ਰੈਡਿਟ 'ਤੇ, ਭਾਵੇਂ ਤੁਹਾਨੂੰ 2021 'ਚ ਮਿਲਣਾ ਵਾ ਉਹ ਪੈਸਾ 2021 'ਚ ਮਿਲਣਾ, ਪਰ ਤੁਸੀਂ 2020 'ਚ ਇਹ ਲਿਖੋਗੇ ਕਿ ਤੁਸੀਂ ਸੇਲਸ ਕਰਤੀਆਂ। ਠੀਕ ਹੈ ਜੀ? ਗੱਲ ਸਮਝ ਆਈ ਆ? ਇਹਦੇ ਵਿੱਚ ਕੈਸ਼ ਮੇ ਬੀ ਰਿਸੀਵਡ ਔਰ ਪੇਡ ਇਨ ਐਡਵਾਂਸ, ਕੈਸ਼ ਤੁਸੀਂ ਪਹਿਲਾਂ ਵੀ ਪੇ ਕਰ ਸਕਦੇ ਹੋ ਜਾਂ ਬਾਅਦ 'ਚੋਂ ਵੀ। ਤੀਜੀ ਗੱਲ ਇਹ ਆ ਵੀ ਤੁਸੀਂ ਲੇਟਰ ਵੀ ਪੇ ਕਰ ਸਕਦੇ ਜੋ ਜਾਂ ਔਨ ਦਾ ਸਪੌਟ ਵੀ ਪੇ ਕਰ ਸਕਦੇ ਜੋ। ਠੀਕ ਹੈ ਜੀ? ਇਹਦੇ ਵਿੱਚ ਇਹੀ ਚੀਜ਼ ਮੰਨ ਕੇ ਚੱਲਣੀ ਆ ਕਿ ਕੈਸ਼ ਜੇ ਤੁਹਾਨੂੰ ਮਿਲਦਾ ਵੀ ਆ ਜਾਂ ਨਹੀਂ, ਤੁਹਾਨੂੰ ਕੈਸ਼ ਨਹੀਂ ਵੀ ਮਿਲਿਆ ਤੁਸੀਂ ਉਹ 2021 'ਚ ਮਿਲਣਾ ਵਾ ਬਟ ਤੁਸੀਂ 2020 'ਚ ਇਹ ਲਿਖੋਗੇ ਕਿ ਮੈਂ ਇੰਨੇ ਦੀ ਸੇਲਸ ਕਰ ਦਿੱਤੀਆਂ ਨੇ। ਠੀਕ ਹੈ ਜੀ ਬੱਚੇ? ਇਹ ਚੀਜ਼ ਲਿਖਣੀ ਹੈ। ਠੀਕ ਹੈ? ਇਹਦੇ ਵਿੱਚ ਵੇਖੋ ਸਿਗਨੀਫਿਕੈਂਸ ਦੇ ਵਿੱਚ ਵੇਖੋ ਨੀਚੇ ਆ ਜਾਓ ਹੁਣ। ਅਕਰੂਵਲ ਬੇਸਿਸ ਇਨਸ਼ੋਰਸ ਬੈਟਰ ਮੈਚਿੰਗ ਬਿਟਵੀਨ ਰੈਵਨਿਊ ਐਂਡ ਕਾਸਟ। ਦ ਪ੍ਰੋਫਿਟ ਔਰ ਲਾਸ obtained on this basis reflects activities of the enterprise during an accounting period rather than cash flows generated by it. Accounting standards require that the revenue should be recognized unless the amount of consideration and actual realization of the consideration is reasonably certain. Accrual basis of accounting is generally followed because of its logical superiority over cash basis of accounting। ਠੀਕ ਹੈ ਜੀ? ਇਹਦੇ ਵਿੱਚ ਉਹ ਕੀ ਕਹਿੰਦਾ ਵਾ ਕਿ ਇਹਦੇ ਵਿੱਚ ਉਹ ਕੀ ਕਹਿ ਰਿਹਾ ਕਿ